your books on the next topic. So page number 8, topic 2, 1 mark questions. Define an ideal solution and write one of its characteristics. देखो रे ideal solution जब आप ये लिखेंगे कि which obeys Rawls law, है ना? तो Rawls law की हुंदा देखो, ऐसा देखो रे मतलब अपने पास एक प्योर लिक्विड है A and its vapor pressure ਆਪਾਂ assume ਕਰ ਲਿਆ it is P naught A, ठीक है? ਹੁਣ ਆਪਾਂ ਨੇ ਕੀ ਕੀਤਾ ਇਸ ਪਿਓਰ ਲਿਕੁਇਡ A ਦੇ ਵਿੱਚ ਕੁਝ ਅਮਾਉਂਟ ਆਫ ਸੋਲਿਊਟ ਐਡ ਕਰਤਾ B, ਠੀਕ ਹੈ? ਨਾਓ ਦ ਅੱਛਾ this B is a non volatile solute, ਠੀਕ ਹੈ ਨਾ? ਇਸ ਨੂੰ ਐਡ ਕਰਨ ਤੋਂ ਬਾਅਦ ਇਸ ਦਾ ਵੇਪਰ ਪ੍ਰੈਸ਼ਰ ਹੋ ਗਿਆ PA. so according to Rawls law, first of all कि जो PA है that will always be less than P naught A. Vapor pressure of solution is always less than the vapor pressure of the pure solvent. दूसरा हम कितना होता है PA is equal to vapor pressure of the pure liquid into its mole fraction in the solution. Into its mole fraction in the solution. ठीक है राजे? So natural है देखो ਜਦੋਂ ਇੱਕ ਪਿਓਰ ਲਿਕੁਇਡ A ਸੀਗਾ ਅਨਮੋਲ ਜਦੋਂ ਇੱਕ ਪਿਓਰ ਲਿਕੁਇਡ A ਸੀਗਾ ਇਹਦੇ ਵਿੱਚ ਇਸ ਦੀ ਮੋਲ ਫ੍ਰੈਕਸ਼ਨ ਕਿੰਨੀ ਸੀ ਰਾਜੇ ਹਾਂ ਆਫ ਕੋਰਸ XA ਹਾਂ ਕਿੰਨੀ ਸੀ ਉਹ 0 1 2 3 100 सर 1 ਸ਼ਾਇਦ ਦਾ ਸਕੋਪ ਨਹੀਂ ਜਦੋਂ ਆਪਾਂ ਇਹਦੇ ਵਿੱਚ ਹਲੇ B ਐਡ ਨਹੀਂ ਕੀਤਾ ਤਾਂ ਇਹਦੀ ਮੋਲ ਫ੍ਰੈਕਸ਼ਨ ਕਿੰਨੀ ਹੈ 1 ਨਹੀਂ ਹੋਊਗੀ ਬਿਲਕੁਲ ਅਲੀਸ਼ਾ 1 ਹੋਊਗੀ ਰੇ 1 ਹੀ ਹੋਊਗੀ ਠੀਕ ਹੈ ਆਪਾਂ ਐਜ਼ਿਊਮ ਕਰਕੇ ਚੱਲ ਰਹੇ ਹਾਂ ਕਿ ਅਨਮੋਲ ਦਾ ਆਨਸਰ ਕਰੈਕਟ ਹੈ ਠੀਕ ਹੈ ਕਿ ਇਹ 1 ਹੈ ਜਦੋਂ ਮੈਂ ਇਸ ਦੇ ਵਿੱਚ B ਪਾਤਾ ਜਸ਼ਨ ਹੁਣ ਮੋਲ ਫ੍ਰੈਕਸ਼ਨ ਕੀ ਹੋਊਗੀ ਗ੍ਰੇਟਰ ਦੈਨ 1 ਲੈਸ ਦੈਨ 1 ਕਿ 1 देखो जो आप ਇਹਦੇ ਵਿੱਚ ਪਹਿਲੇ ਪਿਓਰ ਲਿਕੁਇਡ A ਹੈ ਇਸ ਟਾਈਮ ਜਿਹੜੀ ਇਹਦੀ ਮੋਲ ਫ੍ਰੈਕਸ਼ਨ ਹੈ ਅਨਮੋਲ ਕਹਿ ਰਿਹਾ 1 ਹੈ ਠੀਕ ਹੈ ਹੁਣ ਆਪਾਂ ਇਹਦੇ ਵਿੱਚ B ਪਾਤਾ ਹੁਣ ਜਿਹੜੀ ਮੋਲ ਫ੍ਰੈਕਸ਼ਨ ਆਫ A ਹੈ ਉਹ ਕੀ ਹੈ ਲੈਸ ਦੈਨ 1 ਇਕੁਅਲ ਟੂ 1 ਕੇ ਗ੍ਰੇਟਰ ਦੈਨ 1 ਪਤਾ ਨਹੀਂ ਹਾਂ कट हो गया पारिश greater than हो दिया कितने ने कह रहे हैं कि less than 1 होगी पारिश आ गई है greater क्या से दो इतनी less than 1 रे देखो हमेशा पंजाबी चीज याद रखा करो जितनी देर तक अपन अपनी नेटिव लैंग्वेज ना याद होगी उतनी देर तक उन्हें याद करना इज वेरी टफ फ्रैक्शन का मतलब पंजाबी च की हुंदा की कहंदे ने फ्रैक्शन ਨੂੰ ਪੰਜਾਬੀ ਚ ਆਪਣੀ ਦੇਸੀ ਮਤਲਬ ਬੋਲਣ ਚੱਲਣ ਵਾਲੀ ਲੈਂਗੁਏਜ ਆਪਾਂ ਉਹਨੂੰ ਕੀ ਬੋਲਦੇ ਆ ਫ੍ਰੈਕਸ਼ਨ ਵਾਟ ਡੂ ਯੂ ਮੀਨ ਬਾਈ ਫ੍ਰੈਕਸ਼ਨ ਇਸਸੇ ਆਇਆ ਸੀ ਆਨਸਰ ਹਾਂ ਮਤਲਬ ਹੁਣ ਜੇ ਆਪਾਂ ਇੱਕ ਚਾਕਲੇਟ ਮਾਰਕੀਟ ਚ ਲੈ ਕੇ ਆਏ ਆਪਾਂ ਥੋੜੀ ਕਹਾਂਗੇ ਮੇਰੀ ਫ੍ਰੈਕਸ਼ਨ ਮੈਨੂੰ ਦੇ ਦੇ ਮੇਰਾ ਹਿੱਸਾ ਮੈਨੂੰ ਦੇ ਦੇ ਠੀਕ ਹੈ ਸਪੋਜ਼ ਮੇਰੇ ਕੋਲ ਇੱਕ ਚਾਕਲੇਟ ਹੈ ਤੇ ਇੱਥੇ ਕੋਈ ਹੋਰ ਹੈ ਵੀ ਨਹੀਂਗਾ ਫਿਰ ਮੈਨੂੰ ਕਿੰਨੇ ਚਾਕਲੇਟ ਮਿਲਣਗੇ ਮੋਲ ਤੇ ਜਸ਼ਨ ਜੇ ਥੇ ਨਾਲ ਇੱਕ ਬੱਚਾ ਹੋਰ ਆ ਗਿਆ ਤਾਂ ਮੈਨੂੰ ਇੱਕ ਤੋਂ ਜ਼ਿਆਦਾ ਮਿਲਣਗੇ ਹੈ ਨਾ ਅਕੋਰਡਿੰਗ ਟੂ ਯੂ ਕਿੰਨੇ ਮਿਲਣਗੇ ਆਫ ਕੋਰਸ ਲੈਸ ਦੈਨ 1 ਠੀਕ ਹੈ ਸੋ ਟੋਟਲ ਫ੍ਰੈਕਸ਼ਨ ਇਜ਼ ਆਲਵੇਜ਼ 1 ਜਿਵੇਂ ਪਰਸੈਂਟੇਜ ਹੈ ਠੀਕ ਹੈ ਨਾ ਠੀਕ ਹੈ ਜਿਵੇਂ ਪਰਸੈਂਟੇਜ ਹੈ ਇਟ ਇਜ਼ ਆਲਵੇਜ਼ 100 ਠੀਕ ਹੈ ਆਪਾਂ ਫੀਲ ਚ ਕਹਿ ਦਿੰਦੇ ਹਾਂ ਕਿ ਸਰ ਮੇਰਾ ਆਨਸਰ 102% ਕਰੈਕਟ ਹੈ ਬਟ ਉਹ ਹੋ ਨਹੀਂ ਸਕਦਾ ਉਹ 100% ਹੀ ਕਰੈਕਟ ਹੋਊਗਾ ਠੀਕ ਹੈ ਸੋ ਰਜੇ XA ਇੱਥੇ will be less than 1 so ਜਦੋਂ ਤੁਸੀਂ P naught A ਨੂੰ less than 1 ਨਾਲ multiply ਕਰੋਗੇ ਤਾਂ of course the answer will always be less than P naught A getting a point so this is what you mean by Rawls law अगर ਆਪਾਂ Rawls law ਦੇ according graph plot करिए
नाउ सपोज मैं दो इमिसिबल लिक्विड्स मिक्स कर दे, ठीक है ना, मतलब ਜਿਹੜਾ ਸੋਲਿਊਟ B ਸੀਗਾ ਉਹ ਵੀ ਮੇਰੇ ਕੋਲ ਲਿਕੁਇਡ ਹੈ ਨਾ ਕਿ ਸੋਲਿਡ। ਇਧਰਲੀ ਤਰਫ ਮੈਂ ਲੈ ਲਿਆ वेपर प्रेशर ऑफ A, सो ए ओवली कंडीशन है ਜਦੋਂ ਹਲੇ ਮੈਂ ਉਸ ਚ B ਐਡ ਨਹੀਂ ਕੀਤਾ। XA is equal to 1, XB is equal to 0, ਠੀਕ ਹੈ। ਸੋ ਇਸ ਟਾਈਮ ਜਿੰਨਾ ਵੀ वेपर प्रेशर है लिक्विड ਦਾ ਸੋਲੂਸ਼ਨ ਦਾ ਉਹ ਕਿਹਦੇ ਕਰਕੇ ਹੈ A ਕਰਕੇ। ਮੈਂ ਹੌਲੀ ਹੌਲੀ ਇਸ ਦੇ ਵਿੱਚ B ਐਡ ਕਰਦਾ ਗਿਆ, A ਰਿਮੂਵ ਕਰਦਾ ਗਿਆ। ਐਜ਼ ਅ ਰਿਜ਼ਲਟ A ਦੀ ਮੋਲ ਫ੍ਰੈਕਸ਼ਨ ਘਟਦੀ ਗਈ, B ਦੀ ਵੱਧਦੀ ਗਈ। ਸੋ ਜਿਹੜਾ PA है वो डिक्रीज करता गया एंड अल्टीमेटली ਜਦੋਂ ਮੇਰੇ ਕੋਲ ਸਾਰਾ A ਖਤਮ ਹੋ ਗਿਆ ਤੇ ਸਿਰਫ ਉਹਦੇ ਵਿੱਚ ਕੀ ਰਹਿ ਗਿਆ B, ਤਾਂ ਉਸ ਟਾਈਮ ਤੇ ਜਿਹੜੀ A ਦੀ ਕੰਟਰੀਬਿਊਸ਼ਨ ਜੋ A ਦੀ ਕੰਟਰੀਬਿਊਸ਼ਨ ਸੀਗੀ ਟੁਵਰਡਸ ਦ ਟੋਟਲ ਵੇਪਰ ਪ੍ਰੈਸ਼ਰ ਉਹ ਕੀ ਹੋਗੀ 0। ਡਨ। ਇਹ ਗ੍ਰਾਫ ਕੀ ਸ਼ੋ ਕਰ ਰਿਹਾ ਹੈ PA is equal to P naught A into XA, done। Similarly contribution of B ਵਧਦੀ ਗਈ ਤੇ ਇਸ ਸਟੇਜ ਤੇ ਜਾ ਕੇ ਸਾਰਾ ਦਾ ਸਾਰਾ ਵੇਪਰ ਪ੍ਰੈਸ਼ਰ ਕਿਹਦੇ ਕਰਕੇ ਹੋ ਗਿਆ B ਕਰਕੇ, ਡਨ। ਤੇ ਕਿਸੇ ਵੀ ਸਟੇਜ ਤੇ ਅਗਰ ਤੁਸੀਂ ਟੋਟਲ ਵੇਪਰ ਪ੍ਰੈਸ਼ਰ ਕੈਲਕੂਲੇਟ ਕਰਨਾ ਹੈ ਉਹ ਇੱਥੇ ਪਿਆ ਹੈ। ਸੋ ਦਿਸ ਇਜ਼ P total is equal to PA plus PB। ਜਿਹੜੀ ਆਹ ਵਾਲੀ ਲਾਈਨ ਹੈ it shows you the graph PB is equal to P naught B into XB। I hope fine, ठीक है राधे। now this is a graph for ideal solution। ideal solution ਦਾ ਮਤਲਬ ਕੀ ਹੈ ideal solution ਦਾ ਮਤਲਬ ਕੀ ਹੈ ਰਾਧੇ ਕਿ ਜੋ ਉਦਾਂ ਹੀ ਬਿਹੇਵ ਕਰਨਗੇ ਜਿੱਦਾਂ ਆਪਾਂ ਐਕਸਪੈਕਟ ਕਰ ਰਹੇ ਹਾਂ ਅਕੋਰਡਿੰਗ ਟੂ ਰਾਉਲਸ ਲਾਅ। ਤੇ ਉਹ ਕਿਹੜੇ ਸੋਲੂਸ਼ਨਸ ਹੋਣਗੇ ਜਿਹੜੇ ਕਿ ਹੋਮੋਲੋਗਸ ਸੀਰੀਜ਼ ਬਣਾਉਂਦੇ ਨੇ, ਜਿਵੇਂ ਕਿ ਮੈਂ ਮਿਥਾਈਲ ਕਲੋਰਾਈਡ ਦੇ ਵਿੱਚ ਮਿਥਾਈਲ ਬ੍ਰੋਮਾਈਡ ਮਿਕਸ ਕਰਤਾ, ਬੈਂਜ਼ੀਨ ਦੇ ਨਾਲ ਟੋਲੂਇਨ ਮਿਕਸ ਕਰਤੀ ਐਂਡ ਸੋ ਔਨ, ਠੀਕ ਹੈ ਨਾ। ਜਿਹੜੇ ਦੂਸਰੇ ਲਿਕੁਇਡਸ ਆ ਰਹੇ, ਠੀਕ ਹੈ ਨਾ, ਜਿੱਥੇ ਦੇਖੋ ਨਾ ਇਹਦੇ ਵਿੱਚ ਫੋਰਸਸ ਆਫ ਇੰਟਰੈਕਸ਼ਨ ਕਿਹੜੀਆਂ ਸੀ ਪਹਿਲਾਂ ਡਾਈਪੋਲ ਡਾਈਪੋਲ, ਇਹਦੇ ਵਿੱਚ ਵੀ ਕਿਹੜੀਆਂ ਸੀ ਡਾਈਪੋਲ ਡਾਈਪੋਲ। ਜੋ ਦੋਨਾਂ ਨੂੰ ਮਿਕਸ ਕਰਤਾ ਕਿਹੜੀਆਂ ਡਿਵੈਲਪ ਹੋ ਗਈਆਂ ਡਾਈਪੋਲ ਡਾਈਪੋਲ ਹੋ ਗਈਆਂ। ਤੇ ਕੋਈ ਬਹੁਤਾ ਫਰਕ ਵੀ ਨਹੀਂ ਪਿਆ। ਕਿਉਂ ਨਹੀਂ ਬਹੁਤਾ ਫਰਕ ਪਿਆ ਰਾਜੇ? ਕਿਉਂਕਿ ਇੱਥੇ ਵੀ ਕਾਰਬਨ ਚੇਨ ਇੱਕ ਕਾਰਬਨ ਦੀ ਹੈ, ਇੱਥੇ ਵੀ ਇੱਕ ਕਾਰਬਨ ਚੇਨ ਹੈ, ਹਨਾ। ਤੁਸੀਂ ਮਿਥਾਈਲ ਕਲੋਰਾਈਡ ਦੇ ਵਿੱਚ ਬਿਊਟਾਈਲ ਕਲੋਰਾਈਡ ਮਿਕਸ ਕਰ ਦੋਗੇ ਫਿਰ ਤੁਸੀਂ ਆਈਡੀਅਲ ਸੋਲੂਸ਼ਨ ਨਹੀਂ ਕਹੋਗੇ। ਸਿਮਿਲਰਲੀ ਬੈਂਜ਼ੀਨ ਨॉन ਪੋਲਰ, ਇਹ ਵੀ ਨॉन ਪੋਲਰ, ਠੀਕ ਹੈ। ਦੋਨਾਂ ਨੂੰ ਮਿਕਸ ਕੀਤਾ ਹੈ, ਕੋਈ ਖਾਸ ਫਰਕ ਨਹੀਂ ਪਿਆ, ਠੀਕ ਹੈ। ਹਾਂ ਹੁਣ ਤੁਸੀਂ ਕੀ ਕਰੋ, ਤੁਸੀਂ ਟਰਾਈ ਕੀਤਾ ਕਿ ਤੁਸੀਂ ਇੱਕ ਲਿਕੁਇਡ ਲੈ ਲਿਆ ਰਾਜੇ ਐਸੀਟੋਨ, ਇਹਦੇ ਵਿੱਚ ਕਿਹੜੀਆਂ ਟਾਈਪ ਦੇ ਫੋਰਸਸ ਹੈ ਡਾਈਪੋਲ ਡਾਈਪੋਲ, ਠੀਕ ਹੈ, ਪੋਲਰ ਹੈ। ਤੇ ਇਹਦੇ ਵਿੱਚ ਮੈਂ ਮਿਕਸ ਕਰਤਾ ਕਲੋਰੋਫਾਰਮ। ਮਿਕਸ ਕਰਨ ਤੋਂ ਪਹਿਲਾਂ ਕਲੋਰੋਫਾਰਮ ਦੇ ਵਿੱਚ ਵੀ ਕਿਹੜੀਆਂ ਫੋਰਸਸ ਸੀ ਅਗੇਨ ਡਾਈਪੋਲ ਡਾਈਪੋਲ, ਠੀਕ ਹੈ। ਜਦੋਂ ਮੈਂ ਦੋਨਾਂ ਨੂੰ ਮਿਕਸ ਕਰਤਾ ਤਾਂ ਮੇਰੇ ਕੋਲ ਨਵੀਆਂ ਫੋਰਸਸ ਡਿਵੈਲਪ ਹੋ ਗਈਆਂ, ਕਿਹੜੀਆਂ ਹਾਈਡਰੋਜਨ ਬੌਂਡ, ਜਿਹੜੀਆਂ ਕਿ ਡਾਈਪੋਲ ਡਾਈਪੋਲ ਫੋਰਸ ਦੇ ਮੁਕਾਬਲੇ ਕੀ ਨੇ ਸਟਰੋਂਗਰ। ਜਦੋਂ ਫੋਰਸਸ ਹੋ ਜਾਣਗੀਆਂ ਸਟਰੋਂਗਰ ਤਾਂ ਬੋਇਲਿੰਗ ਪੁਆਇੰਟ ਵਿਲ ਇਨਕਰੀਜ਼ ਤੇ वेपर प्रेशर विल डिक्रीज। मेरी उम्मीद तो वेपर प्रेशर हमेशा की आऊगा घट ते मेरा ग्राफ ऐदा हो जाएगा। PB दी कंट्रीब्यूशन ऐदा शो होगी, PA दी कंट्रीब्यूशन ऐदा शो होगी ते टोटल वेपर प्रेशर ऐदा शो होगा। Always the reading will be मेरी उम्मीद तो घट। You getting a point? These are called the solutions showing negative deviation from Raoult's law, या ਆਪਾਂ ਇਹਨਾਂ ਨੂੰ ਕੀ ਇੱਕ ਹੋਰ ਨੇਮ ਦਿੰਦੇ ਆ ਕਿਹੜਾ maximum boiling azeotrops। boiling point ਵੱਧ ਗਿਆ vapor pressure ਘਟ ਗਿਆ। ਜਿੰਨੀਆਂ ਐਗਜ਼ਾਮਪਲਸ ਨੈਗੇਟਿਵ ਡੇਵੀਏਸ਼ਨ ਜਾਣਗੀਆਂ ਉਨੀਆਂ ਐਗਜ਼ਾਮਪਲਸ maximum boiling azeotrops ਜਾਣਗੀਆਂ। ਡਨ। ਹੁਣ ਦੇਖੋ ਆ ਲਓ ਦੇ ਹੁਣ ਇਹੀ ਐਸੀਟੋਨ, 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 ਇਹੀ ਐਸੀਟੋਨ,
ਇਹੀ ਐਸੀਟੋਨ ਨੂੰ ਮੈਂ ਮਿਕਸ ਕਰਤਾ ਵਿਦ ਕਾਰਬਨ ਟੈਟਰਾਕਲੋਰਾਈਡ। ਕੋਈ ਵੀ ਬੱਚਾ ਦੱਸੂਗਾ ਕਿ ਕਾਰਬਨ ਟੈਟਰਾਕਲੋਰਾਈਡ ਦੇ ਵਿੱਚ ਕਿਹੜੀਆਂ ਫੋਰਸਸ ਆਫ ਅਟਰੈਕਸ਼ਨ ਹੋਣਗੀਆਂ? ਹਾਂਜੀ ਬੇਟੇ, what kind of forces exist between carbon tetrachloride molecules? What kind of forces exist between carbon tetrachloride molecules? Harsh, ਤੁਸੀਂ ਇੱਕ ਦੂਜੇ ਦਾ ਚਿਹਰਾ ਦੇਖੀ ਜਾਂਦੇ ਯਾਰ, ਬੈਠੇ ਬੋਰਡ ਦੇਖ ਲਓ, ਠੀਕ ਹੈ ਨਾ? ਪਰ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਕਰਦਾ ਹੀ ਨਹੀਂ ਗੇ। ਪਤਾ ਨਹੀਂ ਰਾਜੇ, ਇਹਦੇ ਪਿੱਛੇ ਕੁਐਸਚਨ ਮਾਰਕ ਸੀ। ਐਫਰਮੇਟਿਵ ਆਨਸਰ ਦਿਓ ਮੈਨੂੰ। ਕਾਰਬਨ ਟੈਟਰਾਕਲੋਰਾਈਡ ਦੇ ਵਿਚਕਾਰ ਕਿਹੜੀਆਂ ਫੋਰਸਸ ਹੋਣਗੀਆਂ? ਤੁਹਾਨੂੰ ਹਾਲ ਤੱਕ ਇਹ ਨਹੀਂ ਪਤਾ ਯਾਰ, ਮਤਲਬ ਵੈਰੀ ਪੂਅਰ। +1 ਕੈਮੀਕਲ ਬੌਂਡਿੰਗ, ਠੀਕ ਹੈ ਨਾ? ਆਪਣੇ ਕੋਲ ਦੋ ਹੀ ਟਾਈਪ ਦੇ ਮੋਲੀਕਿਊਲਸ ਹੁੰਦੇ ਨੇ, ਇੱਕ ਆਇਓਨਿਕ ਔਰ ਇੱਕ ਕੋਵੈਲੈਂਟ। ਆਇਓਨਿਕ ਬਣਦੇ ਨੇ ਜਦੋਂ ਇੱਕ ਮੈਟਲ ਕੰਬਾਈਨਸ ਵਿਦ ਅ ਨਾਨ ਮੈਟਲ। ਕੋਵੈਲੈਂਟ ਬਣਦੇ ਨੇ ਜਦੋਂ ਇੱਕ ਨਾਨ ਮੈਟਲ ਕੰਬਾਈਨਸ ਵਿਦ ਜਾਂ ਤਾਂ ਡਿਫਰੈਂਟ ਨਾਨ ਮੈਟਲ ਜਾਂ ਫਿਰ ਸੇਮ ਨਾਨ ਮੈਟਲ। ਜਦੋਂ ਦੋਨੋਂ ਸੇਮ ਨਾਨ ਮੈਟਲਸ ਹੋਣਗੇ ਤਾਂ ਮੋਲੀਕਿਊਲ ਵਿਲ ਬੀ ਨਾਨ ਪੋਲਰ। ਜਦੋਂ ਡਿਫਰੈਂਟ ਹੋਣਗੇ ਤਾਂ ਮੋਲੀਕਿਊਲ ਵਿਲ ਬੀ ਪੋਲਰ। ਜਦੋਂ ਉਹ ਨਾਨ ਪੋਲਰ ਹੋਊਗਾ ਤਾਂ ਉਹਦੇ ਵਿਚਕਾਰ ਫੋਰਸਸ ਕਿਹੜੀਆਂ ਹੋਣਗੀਆਂ? ਵੈਨ ਡਰ ਵਾਲਸ। ਜਦੋਂ ਉਹ ਪੋਲਰ ਹੋਊਗਾ ਤਾਂ ਕਿਹੜੀਆਂ ਹੋਣਗੀਆਂ? ਡਾਈਪੋਲ ਡਾਈਪੋਲ। ਉਹੀ ਡਾਈਪੋਲ ਡਾਈਪੋਲ ਦਾ ਨਾਮ ਹੋ ਜਾਊਗਾ ਹਾਈਡਰੋਜਨ ਬੌਂਡ, ਅਗਰ ਇਹੀ ਹਾਈਡਰੋਜਨ ਲੱਗੀ ਹੋਈ ਹੈ ਫਲੋਰੀਨ, ਆਕਸੀਜਨ ਜਾਂ ਨਾਈਟ੍ਰੋਜਨ ਦੇ ਨਾਲ। ਡਨ, ਠੀਕ ਹੈ? ਜਦੋਂ ਆਪਣੇ ਕੋਲ ਦੋ ਦੋ ਐਟਮਸ ਹੋਣਗੇ ਮੋਲੀਕਿਊਲ ਚ, then तो it is very easy to guess। ਜਦੋਂ ਆਪਣੇ ਕੋਲ ਦੋ ਹੀ ਐਟਮਸ ਹੋਣਗੇ ਇੱਕ ਮੋਲੀਕਿਊਲ ਦੇ ਵਿੱਚ, ਫਿਰ ਤਾਂ ਰਾਜੇ it is very easy to guess ਕਿ ਮੋਲੀਕਿਊਲ ਪੋਲਰ ਹੈ ਜਾਂ ਨਾਨ ਪੋਲਰ ਹੈ। ਕਿ ਮੋਲੀਕਿਊਲ ਪੋਲਰ ਹੈ ਜਾਂ ਨਾਨ ਪੋਲਰ ਹੈ। ਇਹ ਕਿਵੇਂ ਗੈਸ ਹੁੰਦਾ ਪਾਇਲ? ਜਦੋਂ ਦੋ ਹੀ ਐਟਮਸ ਹੁੰਦੇ ਨੇ ਵੀ ਮੋਲੀਕਿਊਲ ਪੋਲਰ ਹੈ ਕਿ ਨਾਨ ਪੋਲਰ? ਮੈਨੂੰ ਟਫ ਲੱਗ ਰਿਹਾ। ਜਸ਼ਨ, ਇਹ ਕਿਵੇਂ ਗੈਸ ਹੁੰਦਾ ਜਦੋਂ ਦੋ ਹੀ ਐਟਮਸ ਹੋਣ ਮੋਲੀਕਿਊਲ ਚ ਵੀ ਮੋਲੀਕਿਊਲ ਪੋਲਰ ਹੈ ਕਿ ਨਾਨ ਪੋਲਰ? ਇਹ ਕਿਵੇਂ ਗੈਸ ਕਰਦੇ ਆਪਾਂ? ਬੜਾ ਕੰਪਲੈਕਸ ਕਰੀ ਹੈ ਕਿਉਂਕਿ ਇੰਨੀ ਕੈਮਿਸਟਰੀ ਦਾ ਫਿਰ ਵੀ ਨਹੀਂ ਆਉਂਦੀ। ਦਿਆ ਪਹਿਲੇ ਇੰਜੀਨੀਅਰ ਵਾਲਾ ਨੇ ਜਵਾਬ ਦੇ ਅੱਖਾਂ ਘਮਾਉਣਾ। ਹਾਂ ਆਸ਼ੀਸ਼, ਕੀ ਉਹਦੇ ਮੈਂ ਕੀ ਕਿਹਾ ਉਹਨੇ? ਆ ਪੁੱਛਿਆ ਜੇ ਸੇਮ ਹੋਣ ਤਾਂ ਨਾਨ ਪੋਲਰ। ਸਹੀ ਆਨਸਰ। ਸਮਝ ਨਹੀਂ ਆ ਰਹੀ ਯਾਰ। ਸਰ ਇੱਕ ਪੋਜ਼ਿਟਿਵ ਸਪੀਸ਼ੀ ਹੋਊਗੀ, ਇੱਕ ਨੈਗੇਟਿਵ। ਇੱਕ ਪੋਜ਼ਿਟਿਵ ਸਪੀਸ਼ੀ ਹੋਊਗੀ, ਇੱਕ ਨੈਗੇਟਿਵ ਸਪੀਸ਼ੀ ਹੋਊਗੀ। ਉਹ ਕਿਵੇਂ ਪਤਾ ਲੱਗੂਗਾ? ਉਹ ਤਾਂ ਪਤਾ ਹੀ ਹੈ ਪੋਲਰ ਤੇ ਨਾਨ ਸਰ ਇੱਕ ਪੋਲਰ। ਇਲੈਕਟ੍ਰੋਨ ਡੋਨੇਟ ਕਰੂਗਾ, ਇੱਕ ਰਿਸੀਵ। ਇੱਕ ਇਲੈਕਟ੍ਰੋਨ ਡੋਨੇਟ ਕਰੂਗਾ, ਇੱਕ ਉਹ ਕੀ ਕਹਿੰਦੇ ਹੁੰਦੇ? ਰਿਸੀਵ ਕਰੂਗਾ। ਚਲੋ ਐਕਸੈਪਟ ਕਰੂਗਾ। ਉਹ ਤਾਂ ਫਿਰ ਇੱਥੇ ਹੋਊਗਾ ਨਾ, ਇੱਥੇ ਤਾਂ ਹੁੰਦੇ ਨਹੀਂ, ਤਾਂ ਸ਼ੇਅਰ ਹੁੰਦੇ ਆ। ਆਪਾਂ ਇੰਦਾ ਨਹੀਂ ਗੱਲ ਕਰ ਰਹੇ ਸਰ ਉਹ ਇੱਧਰ ਨੂੰ ਖਿੱਚੇ ਜਾਣਗੇ ਇਲੈਕਟ੍ਰੋਨ। ਹਾਂ, ਫਿਰ ਕਦੋਂ ਖਿੱਚੀ ਜਾਣਗੇ ਇਹਨੂੰ? ਸਰ ਕਿਉਂਕਿ ਸੀਐਲ ਨੈਗੇਟਿਵ ਹੋਊਗਾ ਸਰ। Cl ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ ਤੇ ਹਾਈਡਰੋਜਨ ਘੱਟ ਇਲੈਕਟ੍ਰੋਨੈਗੇਟਿਵ ਹੈ ਨਾ, ਯਾਨੀ ਕਿ ਦੋ ਅਲੱਗ-ਅਲੱਗ ਐਟਮ ਚਾਹੀਦੇ ਉਹਦੇ। ਆਨਸਰ ਠੀਕ ਹੈ ਉਹ, ਠੀਕ ਹੈ? ਜਦੋਂ ਦੋ ਐਟਮ ਸੇਮ ਹੋਣਗੇ, ਜਿੰਨਾ ਇਹ ਖਿੱਚੂਗਾ ਉਹਨੇ ਇਹ ਖਿੱਚੂਗਾ, ਸੋ ਨਾਨ ਪੋਲਰ। ਚਾਲੀ ਰਹੇਗਾ ਸਰ। ਬਿਲਕੁਲ, ਹੈ ਨਾ? ਵਿਚਾਰੇ, ਠੀਕ ਹੈ? ਜਦੋਂ ਦੋਨੋਂ ਅਲੱਗ-ਅਲੱਗ ਹੋਣਗੇ, ਉਹ ਜ਼ਿਆਦਾ ਇਲੈਕਟ੍ਰੋਨੈਗੇਟਿਵ ਵਾਲੇ ਪਾਸੇ ਸ਼ਿਫਟ ਹੋ ਜਾਊਗਾ ਤੇ ਉਹ ਹਮੇਸ਼ਾ ਸੱਜੇ ਪਾਸੇ ਹੀ ਸ਼ਿਫਟ ਹੋਊਗਾ, ਕਿਉਂਕਿ ਆਪਾਂ ਹਮੇਸ਼ਾ ਕੈਮਿਸਟਰੀ ਦੇ ਵਿੱਚ ਇੱਕ ਦੋ ਐਕਸੈਪਸ਼ਨਸ ਨੂੰ ਛੱਡ ਕੇ ਪਹਿਲਾਂ ਆਪਾਂ ਵੀਕਰ ਨਾਨ ਮੈਟਲ ਲਿਖਦੇ ਹਾਂ ਜਾਂ ਕਹ ਲਓ ਮੈਟੈਲਿਕ ਐਲੀਮੈਂਟ ਲਿਖਦੇ ਹਾਂ, ਫਿਰ ਨਾਨ ਮੈਟੈਲਿਕ ਐਲੀਮੈਂਟ ਲਿਖਦੇ ਹਾਂ, ਠੀਕ ਹੈ? ਪ੍ਰੋਬਲਮ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਦੋ ਤੋਂ ਜ਼ਿਆਦਾ ਐਟਮਸ ਹੁੰਦੇ ਨੇ। ਆਪਣੀ ਤਾਂ ਦੋ ਦੀ ਸ਼ੁਰੂ ਹੋ ਗਈ। ਆਈ ਨਹੀਂ ਪਤਾ ਕਿਸੇ ਨੂੰ
ठीक है ट्यूशन जे सेम होਣ ਜੇ ਐਟਮਸ ਹੁਣ ਆਪਾਂ ਪਹਿਲਾਂ ਤੋਂ ਚੈੱਕ ਹੀ ਕਰ ਲਈਏ ਦੇਖੋ ਪਹਿਲਾਂ ਮੈਨੂੰ ਪੋਲਰ ਨਾਨ ਪੋਲਰ ਦੱਸੋ ਸਾਰੇ ਮੈਨੂੰ ਐਂ ਦੱਸੋ ਆਇਓਡੀਨ ਦੇ ਮੋਲੀਕਿਊਲਸ ਦੇ ਵਿਚਕਾਰ ਪਾਰਿਸ਼ ਕਿਹੜੀਆਂ ਫੋਰਸਸ ਹੋਣਗੀਆਂ ਟਫ ਹੋ ਗਿਆ ਕੁਐਸਚਨ ਦੇਖੋ ਨਹੀਂ ਹੋ ਜਾਂਦਾ ਜਸਪ੍ਰੀਤ ਕਿਹੜੀਆਂ ਫੋਰਸਸ ਹੋਣਗੀਆਂ I2 ਦੇ ਮੋਲੀਕਿਊਲਸ ਦੇ ਵਿਚਕਾਰ ਨਹੀਂ ਪਾਰਿਸ਼ ਉਹਦਾ ਤਾਂ ਪੁੱਛ ਲਿਆ ਨਾ वैंडर वॉल्स क्यों दोनों एटम्स की ने तो आई है आयोडीन भी छंडा करो सिर्फ आई दिखना करो बस आई ठीक है ई यार है ना I2 अच्छा जे सपोज मैं यही आई लिखना ICL एक ICL बॉन्ड है मेरे को जेड़ा ये मॉलिक्यूल बनया जिस ਇਹਦੇ ਵਿੱਚ ਕਿਹੜੀਆਂ ਫੋਰਸਸ ਹੈ डाइपोल समझ गए ना क्यों हो गए दोनों डिफरेंट है तो इलेक्ट्रॉन्स I वाल शिफ्ट होंगे पायल के Cl वाल क्यों क्योंकि ज्यादा इलेक्ट्रोनेगेटिव है एक में पता लग गया भी ज्यादा इलेक्ट्रोनेगेटिव है हाँ कोई तरीका तो होगा हाँ सर ਉਹਦੇ ਗਰੁੱਪ ਤੇ ਜਾਂਦੇ ਹੋਏ ਆਪਾਂ ਦੇਖ क्लोरीन ब्रोमीन आयोडीन ठीक है एंड मोरओवर जे आई नहीं ना पता बस ये देख लो भी राइट साइड पे लिखा हुआ है कदे भी ਸਾਨੂੰ ਕਿਸੇ ਵੀ ਬੁੱਕ ਚ ClI ਲਿਖਿਆ ਨਹੀਂ ਮਿਲੂਗਾ ICL ਹੀ ਮਿਲੂਗਾ ਇੱਕ ਦੋ ਐਕਸੈਪਸ਼ਨਸ ਨੂੰ ਛੱਡ ਕੇ ਜਿਵੇਂ ਕਿ ਐਮੋਨੀਆ NH3 ਉਹਦੇ ਤੇ ਆਪਾਂ ਨਾਈਟ੍ਰੋਜਨ ਨੂੰ ਪਹਿਲਾਂ ਲਿਖਦੇ ਹਾਂ ਅਦਰਵਾਈਜ਼ ਹਮੇਸ਼ਾ ਲੈਸ ਇਲੈਕਟ੍ਰੋਨੈਗੇਟਿਵ ਪਹਿਲਾਂ ਲਿਖਿਆ ਜਾਂਦਾ ਹੈ ਤੇ ਮੋਰ ਇਲੈਕਟ੍ਰੋਨੈਗੇਟਿਵ ਬਾਅਦ ਚ ਲਿਖਿਆ ਜਾਂਦਾ ਹੈ ਦੇਖੋ ਮੈਟਲ ਹਮੇਸ਼ਾ ਪਹਿਲਾਂ ਆਪਾਂ ਕਦੇ ਵੀ Clk ਨਹੀਂ ਪੜ੍ਹਦੇ KCl ਪੜ੍ਹਦੇ ਡਨ ਹੁਣ ਦੇਖੋ ਰੋਦੇ ਜਦੋਂ ਆਪਾਂ ਇੱਥੇ CCl4 ਤੇ ਵਾਪਸ ਆਵਾਂਗੇ ਠੀਕ ਹੈ ਨਾ ਹੁਣ ਆਪਾਂ ਦੋ एटम्स ਵਧਾ ਲੈਂਦੇ ਆ ਠੀਕ ਹੈ ਕੁਝ ਪੋਲਰ ਮੋਲੀਕਿਊਲਸ ਲਿਖਦੇ ਆ ਕੁਝ ਨਾਨ ਪੋਲਰ ਮੋਲੀਕਿਊਲਸ ਲਿਖਦੇ ਆ ਫਿਰ ਆਪਾਂ ਦੇਖਦੇ ਹਾਂ ਪਤਾ ਕਿਵੇਂ ਲੱਗੂਗਾ ਠੀਕ ਹੈ ਸੋ ਦੇਖੋ ਸੇਮ एटम्स CO2 SO2 BF3 NF3 CCl4 ठीक है SF4 ये सारे नॉन पोलर ये सारे पोलर ठीक है एक किवें पता लगदा रहे ਆਪਾਂ ਨੂੰ डाइपोल मूवमेंट तो हां ਤੇ डाइपोल मूवमेंट ਕਿਵੇਂ ਪਤਾ ਲੱਗੂਗੀ ਉਹ स्ट्रक्चर तो गुड है ना देखो CO2 ਦਾ स्ट्रक्चर ऐसा ठीक है CO bond is a polar bond and dipole moment is a vector quantity जिसकी direction is from positive end to the negative end so देखो positive to negative दोनों कैंसिल हो गए जीरो होगी ना dipole moment सल्फर डाइऑक्साइड का स्ट्रक्चर so positive to negative according to parallelogram law of vector addition दोनों dipole moments ऐड हो जाएंगे ਜਿਹੜਾ ਤੁਸੀਂ ਫਾਰਮੂਲਾ ਕਰਦੇ ਹੋ μ1 ਸਕੁਅਰ + μ2 ਸਕੁਅਰ + 2 μ1 μ2 cos θ ਅੰਡਰ ਰੂਟ ਸਾਰੇ ਦਾ ਹੈਨਾ ਗੁੱਡ ਠੀਕ ਹੈ ਸੋ ਉਹਦੇ ਨਾਲ ਆਪਣੇ ਕੋਲ ਨੈਟ ਡਾਈਪੋਲ ਮੋਮੈਂਟ ਆ ਜਾਊਗੀ ਕਲੀਅਰ ਸੋ ਇਟ ਇਜ਼ ਅ ਪੋਲਰ ਮੋਲੀਕਿਊਲ ਮੇਰੀ ਗੱਲ ਪੱਲੇ ਪਈ ਕਿ ਨਹੀਂ ਸੋ ਦੇਖੋ ਆਪਾਂ ਨੂੰ ਪਤਾ ਲੱਗ ਗਿਆ ਵੀ CO2 ਚ ਕਿਹੜੀਆਂ ਫੋਰਸਸ ਹੋਣਗੀਆਂ ਅਲੀਸ਼ਾ ਹੁੰਦੇ ਨੇ CO2 ਚ ਫੋਰਸਸ ਕਿਹੜੀਆਂ ਹੋਣਗੀਆਂ वैंडर वॉल्स ते बारिश SO2 च वैंडर वॉल्स मतलब डाइपोल है ना पोलर मॉलिक्यूल सिमिलरली BF3 चलो हुन जेड़ा एक बहुत बड़ा मुद्दा है ठीक है ना जे हुन ओदे मेनू कवे सर तो स्ट्रक्चर ही नहीं आंदा दे फेयर किवें करांगे गुड ग्रेट सो आपा स्ट्रक्चर नहीं देखना रजे ओथे ਉੱਥੇ ਜੇ ਹੁਣ ਕੋਈ ਤੇਰੇ ਮੇਰੇ ਵਰਗੇ ਨੂੰ ਮਤਲਬ BF3 ਦਾ ਸਟਰਕਚਰ ਹੀ ਨਹੀਂ ਪਤਾ NF3 ਦਾ ਸਟਰਕਚਰ ਹੀ ਨਹੀਂ ਪਤਾ ਐਂਡ ਮੋਰ ਓਵਰ ਇੱਥੇ ਤਾਂ ਜਾ ਕੇ 3D ਫਿਗਰਸ ਸ਼ੁਰੂ ਹੋ ਜਾਣਗੀਆਂ ਹੁਣ ਕਾਰਬਨ ਟੈਟਰਾਕਲੋਰਾਈਡ ਤਾਂ ਪਾਏ ਬਣਾਉਂਦੇ ਹੁੰਦੇ ਆ ਕਰੋ ਕੈਨਸਲ ਕਿਵੇਂ ਕਰਦੇ ਉਹਨਾਂ ਨੂੰ ਠੀਕ ਹੈ ਨਾ ਨੋ ਵੇ ਟੂ ਕੈਨਸਲ ਠੀਕ ਹੈ ਰਾਜੇ ਸੋ ਆਪਾਂ ਨੇ ਸਿਰਫ ਇਹ ਦੇਖਣਾ ਹੁੰਦਾ ਹੈ ਕਿ ਜਿਹੜਾ ਆਪਣਾ ਸੈਂਟਰਲ ਮੈਟਲ ਐਟਮ ਹੈ ਜਾਂ ਸੈਂਟਰਲ ਐਟਮ ਹੈ ਉਹਦੇ ਕੋਲ ਕੋਈ ਲੋਨ ਪੇਅਰ ਨਾ ਬਚੇ अगर उसके कोल लोन पेयर हैगा तो इट मींस इट इज पोलर देखो चेक करो सल्फर कोल 6 ਹੁੰਦੇ ਨੇ 4 शेयर हो गए
नाइट्रोजन कोल 5 ਹੁੰਦੇ ਆ, सल्फर कोल 6 ਹੁੰਦੇ ਆ, कार्बन कोल 4 चारों शेयर, बोरॉन कोल 3 तीनों शेयर, कार्बन कोल 4 चारों शेयर. If there is no lone pair of electrons upon the central atom, the molecule will be non-polar and the forces will be van der Waals. अगर lone pair बचूगा, the molecule will be polar and the forces will be dipole. ਇਹਦੀਆਂ ਦੋ exceptions ਹੈ ਕਿਹੜੀਆਂ? Good. ठीक है, इस पूरे रूल ਦੀਆਂ सिर्फ दो ही exceptions है, एक XeF2, एक XeF4. Xenon has 8 electrons, so 6 बच गए. Xenon has 8, so 4 बच गए. हुने ਆਪਾਂ एक्सपेक्ट करते हैं कि molecules are polar and forces are dipole, but molecules are non-polar and the forces are van der Waals forces. वो भी क्यों? Again on the basis of structure, XeF2 ਦਾ structure ਕੀ ਹੁੰਦਾ ਦੇਖੋ, 5 पेयर बन गए ना अपने कोल, 2 फ्लोरीन ਦੇ ਨਾਲ ਤੇ ਇਧਰੋਂ हाइब्रिडाइजेशन इज sp3d. दोनों फ्लोरीन्स देखो पॉजिटिव टू नेगेटिव कैंसिल हो गया, ਤੇ ਤਿੰਨੋਂ ਲੋਨ ਪੇਅਰਸ ਆਰ ਐਟ ਦ ਪਲੇਨਸ ਆਫ ਦ ਟ੍ਰਾਇੰਗਲ, ਤਿੰਨੋਂ ਕੈਂਸਿਲ ਹੋ ਗਏ, ਜਿਵੇਂ BF3 ਕੈਂਸਿਲ ਹੋ ਜਾਂਦਾ ਹੈ. ਸਿਮਿਲਰਲੀ XeF4 स्ट्रक्चर इज अलग, आ फ्लोरीन्स है अगेन कैंसिल हो गया, दोनों लोन पेयर्स ऑपोजिट टू ईच अदर अगेन कैंसिल हो गए, सो डायगोनल मोमेंट इज अगेन 0. डन. इन्हां दोनों ਨੂੰ ਛੱਡ ਕੇ ਹੋਰ ਤੀਸਰੀ ਕੋਈ ਐਕਸੈਪਸ਼ਨ ਹੀ ਹੈ ਨਹੀਂ. ਕਲੀਅਰ? ਆ ਜਾਓ. ਸੋ ਇਹ ਧਿਆਨ ਨਾਲ ਕਰੋ ਨਾ, ਦੇਖ ਇਸੇ ਦੇ ਬੇਸ ਤੇ ਹੀ ਕੁਐਸਚਨਸ ਆਣਗੇ, ਠੀਕ ਹੈ ਨਾ. Some liquids on mixing form azeotrophs. What are azeotrophs? हो गया राजे. So ਜਿਹੜੇ azeotrophs ਨੇ, देखो इधर ਜਦੋਂ ਆਪਾਂ ਇਹਨਾਂ ਲਿਕੁਇਡ A ਤੇ B ਨੂੰ ਮਿਕਸ ਕੀਤਾ ਸੀ, ਇਧਰ ਦੇਖੋ ਰਾਜੇ, ਸਪੋਜ਼ A ਦਾ ਬੋਇਲਿੰਗ ਪੁਆਇੰਟ ਸੀ 100 ਡਿਗਰੀ, B ਦਾ ਬੋਇਲਿੰਗ ਪੁਆਇੰਟ ਸੀ 80 ਡਿਗਰੀ. ਜਦੋਂ ਆਪਾਂ ਇਹਨਾਂ ਦੋਨਾਂ ਨੂੰ ਮਿਕਸ ਕਰਤਾ, ਜੇ ਤਾਂ ਫੋਰਸਸ ਵੱਧ ਗਈਆਂ ਤਾਂ ਬੋਇਲਿੰਗ ਪੁਆਇੰਟ ਹੋ ਜਾਊਗਾ ਸੋਲੂਸ਼ਨ ਦਾ 102 ਡਿਗਰੀ ਤੇ ਨਹੀਂ ਹੋ ਜਾਊਗਾ 78 ਡਿਗਰੀ. ਮੇਰੀ ਗੱਲ ਨੂੰ ਸਮਝ ਗਏ ਕਿ ਨਹੀਂ? ਇੱਧਰ ਦੇਖੋ, ਜੇ ਸਪੋਜ਼ ਲੈਟ ਇਟ ਬੀ ਮੈਂ ਤੁਹਾਨੂੰ ਇੱਕ ਦੇਖੋ ਰੋਲੇ, ਤੁਹਾਨੂੰ ਮੈਂ ਇੱਕ ਬੀਕਰ ਦੇ ਵਿੱਚ ਪੈਟਰੋਲ ਪਲੱਸ ਵਾਟਰ ਮਿਕਸ ਕਰਕੇ ਦੇ ਦਵਾਂ, ਠੀਕ ਹੈ, ਤੇ ਮੈਨੂੰ ਕਹਾਂ ਕਿ ਇਸ ਨੂੰ 100% ਸੈਪਰੇਟ ਆਊਟ ਕਰਕੇ ਦਿਖਾ ਦਿਓ ਮੈਨੂੰ, ਠੀਕ ਹੈ, ਤਾਂ ਜੀ ਤੁਸੀਂ ਇਸ ਪੂਰੇ ਲਿਕੁਇਡ ਨੂੰ 60 ਡਿਗਰੀ ਤੇ ਹੀਟ ਕਰ ਦੋਗੇ, ਤੁਹਾਨੂੰ ਪਤਾ ਜਿਹੜਾ ਪਾਣੀ ਹੈ ਉਹ ਤਾਂ 100 ਡਿਗਰੀ ਤੇ ਬੋਇਲ ਕਰੂਗਾ, ਪੈਟਰੋਲ ਉੱਡ ਜਾਊਗਾ, ਠੀਕ ਹੈ, ਤੇ ਆਫਟਰ ਸਮ ਟਾਈਮ ਪੈਟਰੋਲ ਦੇ ਵੇਪਰਸ ਅਲੱਗ ਹੈ, ਪਾਣੀ ਤੁਹਾਡੇ ਕੋਲ ਅਲੱਗ ਹੈ, ਸੋ ਲਿਕੁਇਡ ਦੋਨੋਂ ਲਿਕੁਇਡਸ ਪਿਓਰ ਹੋ ਚੁੱਕੇ. ਬਟ ਜਦੋਂ ਆਪਣੇ ਕੋਲ ਆਪਸ ਵਿੱਚ ਫੋਰਸਸ ਡਿਵੈਲਪ ਹੋ ਗਈਆਂ, ਹੁਣ ਉਹ ਸੋਲੂਸ਼ਨ ਇੱਕ ਹੋ ਗਿਆ. ਮੇਰੀ ਗੱਲ ਸਮਝ ਰਹੇ ਹੋ ਨਾ? ਤਾਂ ਉਹਨੂੰ ਤੁਸੀਂ ਐ ਅਲੱਗ ਨਹੀਂ ਕਰ ਸਕਦੇ, ਕਿਉਂਕਿ ਉਹਦਾ ਬੋਇਲਿੰਗ ਪੁਆਇੰਟ ਨਾ ਤਾਂ ਪੈਟਰੋਲ ਜਿੰਨਾ ਹੈ ਨਾ ਵਾਟਰ ਜਿੰਨਾ ਹੈ. ਅਗਰ ਸਪੋਜ਼ ਪੈਟਰੋਲ ਦਾ 50 ਸੀ ਤੇ ਵਾਟਰ ਦਾ 100 ਸੀ, ਹੁਣ ਦੋਨਾਂ ਦਾ ਮਿਲਾ ਕੇ ਜਾਂ ਤਾਂ 48 ਰਹਿ ਗਿਆ ਤੇ ਜਾਂ 102 ਰਹਿ ਗਿਆ. ਮੇਰੀ ਗੱਲ ਸਮਝ ਗਏ? These are maximum boiling azeotrophs, these are minimum boiling azeotrophs. ਜਿਹੜੇ ਮੈਕਸਿਮਮ ਬੋਇਲਿੰਗ ਨੇ ਉਹ 네ਗੇਟਿਵ ਡਿਵੀਏਸ਼ਨ ਵਾਲੇ ਆ, ਜਿਹੜੇ ਮਿਨੀਮਮ ਬੋਇਲਿੰਗ ਨੇ ਉਹ ਪੋਜ਼ਿਟਿਵ ਡਿਵੀਏਸ਼ਨ ਵਾਲੇ ਆ ਜਾਣਗੇ. ਹੁਣ ਦੇਖੋ ਇਧਰ, ਸੋ azeotrophs ਕੀ ਨੇ? ਇਹਨੂੰ ਤੁਸੀਂ ਈਜ਼ੀਲੀ ਸੈਪਰੇਟ ਆਊਟ ਕਰ ਲਿਆ ਸੀ, ਠੀਕ ਹੈ, ਡਿਸਟਿਲੇਸ਼ਨ ਕਰਕੇ. ਤੁਸੀਂ ਲਿਖੋਗੇ azeotrophs are those liquid mixtures which cannot be separated by simple distillation methods. ਕਿਉਂ? ਕਿਉਂਕਿ ਇਹਨਾਂ ਦਾ ਬੋਇਲਿੰਗ ਪੁਆਇੰਟ ਨੂੰ ਅਲੱਗ ਅਲੱਗ ਰਹੇਗਾ. ਡਨ. ਆ ਜਾਓ. ਸੋ ਥਰਡ ਇਜ਼ ਸਟੇਟਸ ਰਾਉਲਸ ਲਾਅ ਆਪਾਂ ਨੇ ਕਰ ਲਿਆ, ਠੀਕ ਹੈ. 2 ਮਾਰਕ ਕੁਐਸਚਨਸ ਤੇ ਆਓ. What type of azeotropic mixture will be formed by a solution of acetone and chloroform? ਆਪਾਂ एग्जांपल ਇਹ ਕੀਤੀ ਹੈ, ਠੀਕ ਹੈ. ਅੱਛਾ, ਆਪਾਂ ਦੂਜੀ एग्जांपल ਤੇ ਸੀ, ਆ ਜਾਓ. ਸੋ ਦੇਖੋ ਰੋਦੇ, ਹੁਣ ਮੈਂ ਐਸੀਟੋਨ ਲਿਆ ਜਾਂ ਕੋਈ ਵੀ ਪੋਲਰ ਲਿਕੁਇਡ, ਮਤਲਬ ਐਗਜ਼ਾਮਪਲਸ ਨੂੰ ਇਦਾਂ ਹੀ ਲਰਨ ਕਰਨਾ ਹੈ. ਇਧਰ ਦੇਖੋ, ਇਸ ਐਸੀਟੋਨ ਦੇ ਮੋਲੀਕਿਊਲਸ ਦੇ ਵਿਚਕਾਰ ਕਿਹੜੀਆਂ ਫੋਰਸਸ ਸੀ? ਡਾਈਪੋਲ. ਮੈਂ ਇੱਕ ਹੋਰ ਲਿਕੁਇਡ ਲਿਆ, ਕਾਰਬਨ ਟੈਟਰਾਕਲੋਰਾਈਡ, ਠੀਕ ਹੈ. ਇਹਦੇ ਮੋਲੀਕਿਊਲਸ ਦੇ ਵਿਚਕਾਰ ਵੀ ਕਿਹੜੀਆਂ ਫੋਰਸਸ ਸੀਗੀਆਂ? ਵੈਨ ਡਰ ਵਾਲਸ, ਵੀਕ ਫੋਰਸਸ. ਜਦੋਂ ਆਪਾਂ ਇਹਨਾਂ ਨੂੰ ਮਿਕਸ ਕੀਤਾ
some of the carbon tetrachloride molecules will adjust themselves in with acetone molecules ਤੇ ਜਿਹੜੀਆਂ ਐਸੀਟੋਨਸ ਥੋੜੀਆਂ ਬਹੁਤ ਡਾਈਪੋਲ ਫੋਰਸਸ ਸੀਗੀਆਂ ਉਹਨਾਂ ਨੂੰ ਵੀ ਵੀਕ ਕਰ ਦੇਣਗੇ ਕਿਉਂਕਿ ਇਹ ਆਪ ਤਾਂ ਨਾਨ ਪੋਲਰ ਹੈ ਇਹਨਾਂ ਦੀਆਂ ਤਾਂ ਫੋਰਸਸ ਕਿਸੇ ਨਾਲ ਬਣਨੀਆਂ ਹੀ ਨਹੀਂ ਠੀਕ ਹੈ ਨਾ ਚਲੋ ਸਪੋਜ਼ ਜੇ ਤੁਹਾਨੂੰ ਕੁਐਸਚਨ ਆਵੇ कि what kind of forces will exist between acetone and carbon tetrachloride आंसर की होगा थोड़ा एसीटोन ਤੇ ਕਾਰਬਨ ਟੈਟਰਾਕਲੋਰਾਈਡ ਦੇ ਦੋ ਮੋਲੀਕਿਊਲ ਦਿੱਤੇ ਮੈਂ ਤੁਹਾਨੂੰ ਇੱਕ ਮੋਲੀਕਿਊਲ ਉਹਦਾ ਇੱਕ ਮੋਲੀਕਿਊਲ ਉਹਦਾ ਇਹਨਾਂ ਦੋਨਾਂ ਦੇ ਵਿਚਕਾਰ ਕਿਹੜੀਆਂ ਫੋਰਸਸ ਹੋਣਗੀਆਂ ਇਹ ਡਾਈਪੋਲ ਹੈ ਇਹ ਡਾਈਪੋਲ ਹੈ ਨਹੀਂ ਇਹ ਨॉन पोलर ਹੈ ਕਿਹੜੀਆਂ ਫੋਰਸਸ ਹੋਣਗੀਆਂ ਚਲੋ ਮੈਂ ਹਿੰਟ ਦਿੰਦਾ ਦੇਖੋ ਗੱਲ ਤੁਹਾਨੂੰ ਕੁਐਸਚਨ ਆਵੇ ਕਿ ਸੋਡੀਅਮ ਕਲੋਰਾਈਡ ਤੇ ਮੈਂ ਐਸੀਟੋਨ ਨੂੰ ਮਿਕਸ ਕਰਤਾ ਇਹ ਬਹੁਤ ਖਤਰਨਾਕ ਚੀਜ਼ ਦੀ ਠੀਕ ਹੈ ਇਹਨਾਂ ਦੋਨਾਂ ਦੇ ਵਿਚਕਾਰ ਕਿਹੜੀਆਂ ਫੋਰਸਸ ਹੋਣਗੀਆਂ ਇਹਦਾ 네ਗੇਟਿਵ ਐਂਡ ਹੈ ਇਹਦਾ ਪੋਜ਼ਿਟਿਵ ਐਂਡ ਇਹਦਾ 네ਗੇਟਿਵ ਐਂਡ ਹੈ ਇਹਦਾ ਪੋਜ਼ਿਟਿਵ ਐਂਡ 네ਗੇਟਿਵ ਤੇ ਪੋਜ਼ਿਟਿਵ ਆਪਸ ਵਿੱਚ ਅਟਰੈਕਟ ਹੋ ਗਏ ਫੋਰਸ ਤਾਂ ਹੋਊਗੀ ਨਾ ਇਹਦੇ ਵਿਚਕਾਰ ਕਿਹੜੀਆਂ ਫੋਰਸਸ ਸੀ ਆਇਓਨਿਕ ਇਹਦੇ ਵਿਚਕਾਰ ਕਿਹੜੀਆਂ ਸੀ ਡਾਈਪੋਲ ਸੋ ਨਵੀਆਂ ਫੋਰਸਸ ਕਿਹੜੀਆਂ ਹੋਣਗੀਆਂ ਆਇਨ ਡਾਈਪੋਲ ਫੋਰਸਸ और कोई बहुत ही खतरनाक चीज नहीं पढ़ रहे ठीक है तो ਗੱਲ ਸਮਝ ਗਏ ਕਿ ਨਹੀਂ ਸੋ ਹੁਣ ਇਹਨਾਂ ਦੋਨਾਂ ਦੇ ਵਿਚਕਾਰ ਕਿਹੜੀਆਂ ਫੋਰਸਸ ਹੋਣਗੀਆਂ ਆਪਾਂ ਡਾਈਪੋਲ ਵੈਨ ਡਰ ਵਾਲਸ ਫੋਰਸਸ ਨੂੰ ਇੱਕ ਹੋਰ ਨੇਮ ਦਿੰਦੇ ਹੁੰਦੇ ਆ ਕਿਹੜਾ ਡਾਈਪੋਲ इंस्टेंटेनियस डाइपोल इंड्यूस्ड डाइपोल याद है एक ਹੁੰਦਾ इंस्टेंटेनियस डाइपोल एक ਹੁੰਦਾ इंस्टेंटेनियस इंड्यूस्ड डाइपोल ਤਾਂ ਇਹ ਤਾਂ ਦੇਖੋ ਆਲਰੇਡੀ ਡਾਈਪੋਲ ਸੀ ਗਈ ਇਹ ਇਸ ਡਾਈਪੋਲ ਨੂੰ ਕਰੂਗਾ ਇੰਡਿਊਸ ਸੋ ਆਪਣੇ ਕੋਲ ਫੋਰਸਸ ਕਿਹੜੀਆਂ ਹੋਣਗੀਆਂ ਡਾਈਪੋਲ ਇੰਡਿਊਸਡ ਡਾਈਪੋਲ ਫੋਰਸਸ ਵੈਨ ਡਰ ਵਾਲਸ ਫੋਰਸਸ ਥੋੜਾ ਜਿਹਾ ਪੜ੍ਹ ਲਿਓ ਕੈਮੀਕਲ ਬੌਂਡਿੰਗ ਜਾ ਕੇ ਠੀਕ ਹੈ ਨਾ ਆ ਜਾਓ ਲੈ ਸੋ ਇਹਨਾਂ ਦੀਆਂ ਫੋਰਸਸ ਜਿਹੜੇ ਹੋਰ ਵੀ ਵੀਕ ਹੋ ਜਾਣਗੀਆਂ ਬੋਇਲਿੰਗ ਪੁਆਇੰਟ ਘਟ ਜਾਣਗੇ ਆਪਣੇ ਕੋਲ ਬਣ ਜਾਣਗੇ ਮਿਨੀਮਮ ਬੋਇਲਿੰਗ ਏਜ਼ੀਓਟ੍ਰੋਪਸ ਇਦਾਂ ਦੇ ਤੇ ਇਹਨਾਂ ਦੇ ਵੇਪਰ ਪ੍ਰੈਸ਼ਰ ਵੱਧ ਜਾਣਗੇ ਸ਼ੋਇੰਗ ਪੋਜ਼ਿਟਿਵ ਡੇਵੀਏਸ਼ਨ ਫਰੋਮ ਰੌਲਸ ਲਾਅ ਠੀਕ ਹੈ ਸੋ ਇਦਾਂ ਸਾਰੇ ਚ ਪੋਜ਼ਿਟਿਵ ਡੇਵੀਏਸ਼ਨਸ ਆ ਜਾਣਗੀਆਂ ਵੇਪਰ ਪ੍ਰੈਸ਼ਰ ਆਪਣੀ ਉਮੀਦ ਤੋਂ ਕੀ ਹੋ ਜਾਊਗਾ ਜ਼ਿਆਦਾ ਠੀਕ ਹੈ ਆ ਜਾਓ ਅੱਗੇ ਸੋ ਨੈਕਸਟ ਦੇਖੋ क्वेश्चन नंबर कितने सी रहे ਆਪਾਂ क्वेश्चन नंबर 5th स्टेट स्टॉक फिर वही चीज है ना अगे क्वेश्चन नंबर 6 राइट टू डिफरेंसेस बिटवीन आइडियल एंड नॉन आइडियल आई होप ਇਹਦਾ ਆਪਾਂ ਕਰ ਲਾਂਗੇ ਆ ਲਓ ਦੇ ਸੋ क्वेश्चन नंबर 7 ਸੋ ਬਿਲਕੁਲ ਇਸੇ ਦੇ ਉੱਪਰ ਬੇਸਡ ਹੈ ਦੇਖੋ ਨਾ ਜਿੰਨੀ ਦੇਰ ਤੱਕ ਕਿੰਨੀਆਂ ਕਿ ਚੀਜ਼ਾਂ ਨੂੰ ਆਪਾਂ ਰੱਟਾ ਮਾਰਾਂਗੇ क्वेश्चन देखो why a mixture of carbon disulfide and acetone shows positive division कोई भी बच्चा आंसर दे इधर देखो बस मैं एसीटोन दे विच मिक्स कीता है CS2 कार्बन डाइसल्फाइड सो देखो वही आंसर है एक पोलर है एक ही हो गया नॉन पोलर ठीक है ना सो पॉजिटिव डिविजन आ जाओ 8 डिफाइन द फॉलोइंग आइडियल सॉल्यूशन मोलैरिटी हो जाएगा फिर हेनरीज कांस्टेंट है क्वेश्चन नंबर 10 पे आओ व्हाट इज मेंट बाय सो अगेन राउल्स लॉ नेगेटिव डिविजन क्वेश्चन नंबर 11 डिफाइन एजियोट्रॉप्स व्हाट टाइप ऑफ एजियोट्रॉप इज फॉर्म्ड बाय पॉजिटिव डिविजन कितना दा एजियोट्रॉप बनूंगा हो मिनिमम बॉइलिंग एजियोट्रॉप ठीक है एग्जांपल्स 12th अगेन राउल्स लॉ How does Raoult's law become a special case of Henry's law? कोई भी बच्चा आंसर दे उस चप्पा ਨੂੰ किया गया है state Raoult's law for a solution containing volatile components. How does Raoult's law become a special case of Henry's law? कोई भी बच्चा आंसर दे सकता है कि Raoult's law ਨੂੰ सॉरी हाँ ਆਪਾਂ ਰਾउल्स लॉ ਨੂੰ ਹੈਨਰੀਜ਼ लॉ ਦਾ ਸਪੈਸ਼ਲ ਕੇਸ ਕਿਉਂ ਕਹਿ ਸਕਦੇ ਹਾਂ
soluble to partial pressure directly flows. हाँ बिल्कुल वो भी चीज़ है। हाँ जी दसो भाई, हाउ डज राउल्स लॉ बिकम अ स्पेशल केस ऑफ हेनरीज लॉ? चलो आप आने सोचो। क्वेश्चन नंबर 13, एक्सप्लेन व्हाई अ सॉल्यूशन ऑफ क्लोरोफॉर्म, देखो वही एग्जांपल बार बार आ रही है, ठीक है, अगेन क्लोरोफॉर्म थे एसीटोन, नेगेटिव डेविएशन। क्वेश्चन नंबर 14, न्यूमेरिकल, the vapor pressure of pure liquids A and B are 450 and 700 mm of mercury. Find the composition of the liquid mixture if the total vapor pressure is 600 mm of mercury. कर लो मेरे दे मोल फ्रैक्शन कटनी है अपन ने, इधर देखो अपन को की किया गया है कि P naught A is equal to 450 mm, P naught B प्योर लिक्विड से देता है अपन को 700 mm, और अपन को क्या गया है कि टोटल वेपर प्रेशर इज 600 mm। फाइन, ते अपन को क्या है कि दसो लिक्विड कंपोजिशन, सॉरी मिक्सचर का कंपोजिशन की है, मतलब मोल फ्रैक्शन करनी है दोनों दी। आप कहांगे लेट XA is equal to X, तो पायल XB कितना होया 1 minus X, डन। सो आप लिखांगे P total is equal to PA यानी कि P naught A into XA plus PB यानी कि P naught B into सारे वैल्यूज पुट कर देंगे, ठीक है। ते अपने कोल XA ਤੇ XB ਚੋਂ ਦੋਨਾਂ ਦੀ ਵੈਲਿਊ ਆ ਜਾਊਗੀ, ਠੀਕ ਹੈ, ਕਲੀਅਰ। ਨੈਕਸਟ ਪਾਰਟ ਦੇਖੋ ਜਿੱਥੇ ਬੱਚੇ ਨਾਰਮਲੀ ਕੰਫਿਊਜ਼ ਹੁੰਦੇ ਆ, ਆਲਸੋ ਫਾਈਂਡ ਦ ਕੰਪੋਜੀਸ਼ਨ ਇਨ ਦ वेपर फेज, ਪਤਾ ਨਾ ਇਹ, ਇਹਦਾ ਦੇਖੋ ਇਹਦੇ AXA ਤੇ XB ਕੀ ਹੈ, ਹਾਂਜੀ AXA ਤੇ XB ਕੀ ਹੈ, मोल फ्रैक्शन ऑफ द सॉल्यूशन, मोल फ्रैक्शन ऑफ कंपोनेंट्स इन सॉल्यूशन। ਉਹ ਪੁੱਛ ਰਹੇ ਨੇ ਵੀ ਜਿਹੜਾ ਵੇਪਰਸ ਦੇ ਵਿੱਚ ਕਨਵਰਟ ਹੋ ਚੁੱਕਿਆ ਉਹਨਾਂ ਵੇਪਰਸ ਦੇ ਵਿੱਚ ਉਹਦੀ ਮੋਲ ਫ੍ਰੈਕਸ਼ਨ ਕੀ ਹੈ, ਠੀਕ ਹੈ। ਤਾਂ ਉਹਨੂੰ ਆਪਾਂ ਕੀ ਕਰਾਂਗੇ, ਇੱਧਰ ਦੇਖੋ ਆਪਣੇ ਕੋਲ XA ਤੇ XB ਆ ਜਾਊਗਾ, ਡਨ। ਜਦੋਂ XA ਤੇ XB ਆ ਗਿਆ, P naught A ਤੇ P naught B ਆਪਣੇ ਕੋਲ ਹੈਗਾ, ਸੋ ਮੈਂ ਉਹਦੀ ਹੈਲਪ ਨਾਲ PA ਤੇ PB भी फाइंड आउट कर लूंगा, P naught A into XA, P naught B into XB। ਹੁਣ मोल फ्रैक्शन इन गैसियस फेज किवें आऊगा, हाँ मोल फ्रैक्शन इन गैसियस फेज ਉਹਨੂੰ ਆਪਾਂ ਕਿਵੇਂ ਡਿਨੋਟ ਕਰਾਂਗੇ, XA ਪੈਰਾਂ 'ਚ I ਲਿਖ ਦਿੰਦੇ ਹੁੰਦੇ ਨੇ, ਵੈਸੇ ਉਹਨੂੰ Y ਨਾਲ ਵੀ ਡਿਨੋਟ ਕਰ ਦਿੰਦੇ ਆ, ਠੀਕ ਹੈ ਨਾ, YA ਤੇ YB। ਉਹ ਕਿਵੇਂ ਆਊਗਾ, PA ਜੋ ਆਪਾਂ ਨੇ फाइंड आउट ਕੀਤਾ ਹੈ अपॉन टोटल प्रेशर, वो देते ही हुए 600, so upon total pressure, done। Similarly XB in gaseous phase, PB upon P total, ठीक है। मतलब नॉर्मली बच्चे इस चीज पे अटकते होंगे, ये नोट कर लो, इंपॉर्टेंट है न्यूमेरिकल, फटाफट। तो अगले टॉपिक से
हो गया बच्चे? फिर लास्ट वाला पार्ट ध्यान च रखियो, ये नॉर्मली बच्चे मतलब स्किप ही कर लेंदे ने जो काली काली च भी पहला पार्ट ही इतना लेंथी हो जाता है कि बच्चा उत्ते छड़ दिंदा है, ठीक है ना। So on Monday you will be having test from haloalkanes and haloarenes. Tuesday ਲਈ ਤੁਸੀਂ ਘਰੋਂ prepare ਕਰਕੇ ਆਓਗੇ colligative properties। ਹੁਣ ਦੇਖੋ ਜੀ ਜਿਹੜਾ ਆਪਣੇ ਕੋਲ 12th question ਹੈ ਮਤਲਬ ਸੇਮ ਚੀਜ਼ ਹੀ ਹੈ ਇਹਦੇ ਦੇਖੋ ਆਪਾਂ ਕਹਿੰਦੇ ਹਾਂ ਕਿ ਹੈਨਰੀਜ਼ ਲਾਅ ਆਪਾਂ ਨੂੰ ਦੱਸਦਾ ਹੈ ਕਿ P of a gas is equal to Henry's constant into mole fraction of the solute। So ਆਪਾਂ ਕਹਿੰਦੇ ਕਿ pressure is directly proportional to mole fraction, ठीक है। Similarly हाँ Raoult's law भी ਆਪਾਂ ਕਹਿੰਦੇ कि PA is equal to P naught A into XA। Again vapor pressure of a component is directly proportional to the mole fraction, ठीक है ना। So दोनों चीजें सेम ही है, बस ये अपने को ਆਪਾਂ सिर्फ गैसेस ਲਈ यूज करते हैं, ये ਆਪਾਂ जनरली किसी भी नॉन वोलेटाइल सोल्यूट ਲਈ यूज करते हैं, ठीक है ना। बट ਆਪਾਂ ਇਹ ਨਹੀਂ ਕਹਿ ਸਕਦੇ ਕਿ ਦੋਨੋਂ ਹੀ ਲॉस ਸੇਮ ਹੈ ਕਿਉਂਕਿ ਗੈसेस ਤਾਂ ਹੁੰਦੀ ਹੀ ਵੋਲੇਟਾਈਲ ਹੈ, ਠੀਕ ਹੈ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਰਾउल्स ਲਾਅ ਜਾਂ ਆਪਣਾ ਇਟ ਕੈਨ ਬੀ ਯੂਜ਼ਡ ਇਨ ਪਲੇਸ ਆਫ ਹੈਨਰੀਜ਼ ਲਾਅ, ਆਪਾਂ ਕਹਾਂਗੇ ਫਿਰ ਵੀ ਹੈਨਰੀਜ਼ ਲਾਅ ਦੀ ਲੋੜ ਹੀ ਕੀ ਹੈ, ਠੀਕ ਹੈ ਨਾ। ਤਾਂ ਉਹਦਾ ਨਹੀਂ ਆਪਾਂ ਕਹਿ ਸਕਦੇ। ਸੋ ਰੋਦੇ ਜਦੋਂ ਤੁਸੀਂ ਮੰਡੇ ਨੂੰ ਆਉਂਦੇ ਹੋ, ਅੱਛਾ ਮੇਰੀ ਗੱਲ ਸੁਣ ਲਓ, ਇੱਕ ਹੈਲੋਐਲਕੇਨਸ ਐਂਡ ਹੈਲੋਐਰੀਨਸ ਲਈ ਤੁਸੀਂ ਕੋਈ ਬੁੱਕ ਨਹੀਂ ਕਰਕੇ ਆਣੀ, ਕੁਝ ਨਹੀਂ ਕਰਕੇ ਆਣਾ, ਸਿੰਪਲੀ ਜਿਵੇਂ ਆਪਾਂ ਨੇ ਕੀਤਾ ਪਹਿਲਾਂ ਮੈਨੂੰ ਆਇਆ ਕਿ ਪਹਿਲਾਂ ਉਹ ਲਰਨ ਹੋ ਜੇ ਚੰਗੀ ਤਰ੍ਹਾਂ, ਠੀਕ ਹੈ ਨਾ। ਫਿਰ ਆਪਾਂ ਬੁੱਕਸ ਦੇ ਵਿੱਚੋਂ ਆਪਾਂ ਕਰਾਂਗੇ, ਠੀਕ ਹੈ। ਫਿਜ਼ੀਕਲ ਤੋਂ ਬਾਅਦ ਆਪਾਂ ਆਰਗੈਨਿਕ ਹੀ ਰਿਵਾਈਜ਼ ਕਰਾਂਗੇ, ਤਾਂ ਜਿਵੇਂ ਤੱਕ ਫਿਜ਼ੀਕਲ ਚੱਲ ਰਹੀ ਹੈ ਆਪਾਂ ਕੱਲਾ ਕੱਲਾ ਚੈਪਟਰ ਰਿਵਾਈਜ਼ ਕਰ ਲਈਏ, ਠੀਕ ਹੈ। ਸਾਰਾ ਦੁਬਾਰਾ ਦੱਸੋ। ਇਨਆਰਗੈਨਿਕ ਕੀ ਕਰਦੇ ਹੋ?